प्यारे बच्चों, अज आप अपना चौथी क्लास का पाठ नंबर 2 पार्क की सैर वातावरण का पाठ है बेटा। ये पार्क की सैर ये पढ़ांगे। ठीक है बच्चों, चलो देखते हैं कि इस पाठ विच। प्यारे बच्चों, हर रोज़ साडा वास्ता बहुत सारी चीज़ां वस्तुआं नाल पैंदा है जिन्हां नूं असीं झट ही पहचान जाते हाँ। ਕੀ ਤੁਹਾਨੂੰ पता है कि ਅਸੀਂ ਇਹਨਾਂ ਵਸਤੂਆਂ ਦੀ ਪਛਾਣ ਸਿਰਫ ਦੇਖ ਕੇ ਹੀ ਨਹੀਂ ਕਰਦੇ, ਸਗੋਂ ਸਾਡੀ ਚਮੜੀ, ਨੱਕ ਅਤੇ ਕੰਨ ਵੀ ਇਸ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਅਸੀਂ ਕਿਸੇ ਵਸਤੂ ਨੂੰ ਛੂਹ ਕੇ, ਸੁੰਘ ਕੇ ਜਾਂ ਉਸ ਦੀ ਆਵਾਜ਼ ਸੁਣ ਕੇ ਵੀ ਪਛਾਣ ਸਕਦੇ ਹਾਂ, ਭਾਵੇਂ ਸਾਡੀਆਂ ਅੱਖਾਂ ਬੰਦ ਹੀ ਕਿਉਂ ਨਾ ਹੋਣ। ਹੁਣ ਆਪਾਂ ਦੇਖਦੇ ਨਾ, ਆਪਾਂ ਕਈ ਵਾਰੀ ਬਿਨਾਂ ਛੂਏ ਮਤਲਬ ਬਿਨਾਂ ਦੇਖੇ ਕਿਸੇ ਚੀਜ਼ ਨੂੰ ਛੂਹ ਕੇ ਵੀ ਆਪਾਂ ਪਛਾਣ ਲੈਂਦੇ ਕਿ ਹਾਂ ਇਹ ਚੀਜ਼ ਹੋਏਗੀ, ਹੈ ਨਾ। ਜਾਂ ਆਪਾਂ ਨੂੰ ਹਲੇ ਦਿਖੀ ਨਹੀਂ ਹੈਗੀ ਉਹ ਚੀਜ਼, ਲੇਕਿਨ ਉਹਦੀ ਖੁਸ਼ਬੂ ਆ ਗਈ, ਆਪਾਂ ਨੂੰ ਤਾਂ ਵੀ ਹਾਂ ਅੱਜ ਮੰਮੀ ਨੇ ਪਕੌੜੇ ਬਣਾਏ ਨੇ, ਪਕੌੜਿਆਂ ਦੀ ਖੁਸ਼ਬੂ ਆ ਰਹੀ ਹੈ। ਆਪਾਂ ਕਰਦੇ ਹੁੰਦੇ ਆ ਨਾ, ਅਤੇ ਉਹ ਆਪਾਂ ਦੇਖੇ ਤਾਂ ਹੈ ਨਹੀਂ, ਖੁਸ਼ਬੂ ਨਾਲ ਆਪਾਂ ਨੂੰ ਪਤਾ ਲੱਗਿਆ ਨਾ ਵੀ ਪਕੌੜੇ ਬਣੇ ਨੇ, ਹੈ ਨਾ। ਮਤਲਬ ਇਹ ਨਹੀਂ ਕਿ ਆਪਾਂ ਸਿਰਫ ਕਿਸੇ ਚੀਜ਼ ਨੂੰ ਵੇਖ ਕੇ ਪਛਾਣ ਸਕਦੇ ਹਾਂ, ਆਪਾਂ ਉਹਨੂੰ ਛੂਹ ਕੇ ਚਮੜੀ ਨਾਲ ਜਾਂ ਹੈ ਨਾ ਕੰਨਾਂ ਨਾਲ ਵੀ ਇਸ ਚੀਜ਼ ਦੀ ਪਛਾਣ ਕਰ ਸਕਦੇ ਹਾਂ। ਆਓ ਕੁਝ ਬੱਚਿਆਂ ਦੁਆਰਾ ਪਾਰਕ ਦੀ ਸੈਰ ਦੌਰਾਨ ਕੀਤੇ ਅਨੁਭਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਕਿਰਨ ਅੱਜ ਬਹੁਤ ਖੁਸ਼ ਸੀ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਸਥਾਨ 'ਤੇ ਰਹੀ ਸੀ। ਘਰ ਆ ਕੇ ਉਸਨੇ ਬਸਤਾ ਰੱਖਿਆ ਅਤੇ ਫਟਾਫਟ ਆਪਣੇ ਪਿਤਾ ਜੀ ਕੋਲ ਇਹ ਗੱਲ ਦੱਸਣ ਲਈ ਗਈ। ਪਿਤਾ ਜੀ ਬਹੁਤ ਖੁਸ਼ ਹੋਏ। ਉਹਨਾਂ ਨੇ ਕਿਰਨ ਨੂੰ ਸ਼ਾਬਾਸ਼ ਦਿੰਦੇ ਹੋਏ ਮੋਢਾ ਥਪਥਪਾਇਆ। ਕਿਰਨ ਨੂੰ ਇਹ ਬਹੁਤ ਚੰਗਾ ਲੱਗਿਆ। ਕਿਰਨ ਦੇ ਪਿਤਾ ਨੇ ਉਸਦੀ ਮੰਮੀ ਨੂੰ ਆਵਾਜ਼ ਦਿੱਤੀ, ਆਹ ਦੇਖੋ ਆਪਣੀ ਬੇਟੀ ਜਮਾਤ ਵਿੱਚ ਫਸਟ ਆਈ ਹੈ। ਕਿਰਨ ਬਿਲਕੁਲ ਸ਼ਰਾਰਤਾਂ ਕਰਨ ਤੋਂ ਹਟ ਨਹੀਂ ਰਹੀ ਸੀ। ਇਸ ਤਰ੍ਹਾਂ ਕਰਦਿਆਂ ਜਦ ਉਸਨੇ ਆਪਣੇ ਕੱਪੜਿਆਂ ਉੱਤੇ ਚਾਹ ਡੋਲ ਲਈ ਤਾਂ ਉਸਦੀ ਮੰਮੀ ਨੇ ਖਿੱਚ ਕੇ ਝਿੜਕ ਦਿੱਤਾ। ਇਸ ਕਰਕੇ ਕਿਰਨ ਆਪਣੀ ਮੰਮੀ ਨਾਲ ਗੁੱਸੇ ਸੀ ਅਤੇ ਉਸ ਨਾਲ ਬੋਲ ਨਹੀਂ ਰਹੀ ਸੀ। ਜਦ ਮੰਮੀ ਨੇ ਆ ਕੇ ਉਸ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਪਿਆਰ ਨਾਲ ਪਲੋਸਿਆ ਤਾਂ ਉਹ ਆਪਣਾ ਸਾਰਾ ਗੁੱਸਾ ਭੁੱਲ ਗਈ ਅਤੇ ਖੁਸ਼ ਹੋ ਗਈ। ਉਸ ਨੇ ਮੰਮੀ ਨਾਲ ਅੱਗੇ ਤੋਂ ਇਸ ਤਰ੍ਹਾਂ ਦੀ ਸ਼ਰਾਰਤਾਂ ਨਾ ਕਰਨ ਦਾ ਵਾਅਦਾ ਕੀਤਾ ਜਿਨ੍ਹਾਂ ਨਾਲ ਉਸ ਦਾ ਜਾਂ ਕਿਸੇ ਹੋਰ ਦਾ ਨੁਕਸਾਨ ਹੋਵੇ। ਪਿਤਾ ਜੀ ਨੇ ਦੱਸਿਆ ਕਿ ਗੁੱਸਾ ਅਤੇ ਖੁਸ਼ੀ ਸਾਡੀਆਂ ਭਾਵਨਾਵਾਂ ਹਨ ਜਿਨ੍ਹਾਂ ਨੂੰ ਸਾਡਾ ਮਨ ਮਹਿਸੂਸ ਕਰਦਾ ਹੈ। ਹੁਣ ਜਿਵੇਂ ਇੱਕ ਪ੍ਰਸ਼ਨ ਹੈ, ਜਦੋਂ ਕੋਈ ਤੁਹਾਡੇ ਪਿੱਠ ਥਾਪੜ ਕੇ ਸ਼ਾਬਾਸ਼ ਦਿੰਦਾ ਹੈ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ? ਜਦੋਂ ਆਪਾਂ ਕੋਈ ਅੱਛਾ ਕੰਮ ਕਰਦੇ ਹਾਂ, ਸਾਨੂੰ ਕੋਈ ਪਿੱਠ ਥਾਪੜਦਾ ਹੈ ਨਾ, ਅਤੇ ਸ਼ਾਬਾਸ਼ ਦਿੰਦਾ, ਆਪਾਂ ਨੂੰ ਬਹੁਤ ਵਧੀਆ ਲੱਗਦਾ ਹੈ ਨਾ। ਅਤੇ ਇਹਦਾ ਉੱਤਰ ਕੀ ਆਏਗਾ? ਜਦ ਪਿੱਠ ਥਾਪੜ ਕੇ ਸਾਨੂੰ ਸ਼ਾਬਾਸ਼ ਦਿੰਦਾ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਹੈ। ਸ਼ਾਮ ਨੂੰ ਕਿਰਨ ਅਤੇ ਉਸਦੇ ਵੱਡਾ ਭਰਾ ਰਾਜੂ ਖੇਡਣ ਲਈ ਪਾਰਕ ਵਿੱਚ ਗਏ। ਉੱਥੇ ਗੇਟ ਦੇ ਲਾਗੇ ਹੀ ਮਾਲੀ ਗਿੱਲੀ ਜ਼ਮੀਨ ਨੂੰ ਪੁੱਟ ਕੇ ਕਿਆਰੀਆਂ ਬਣਾ ਰਿਹਾ ਸੀ। ਠੀਕ ਹੈ, ਗਿੱਲੀ ਜ਼ਮੀਨ ਮਤਲਬ ਮਾਲੀ ਨੇ ਪਹਿਲਾਂ ਪਾਣੀ ਦੇ ਕੇ ਜ਼ਮੀਨ ਗਿੱਲੀ ਕੀਤੀ ਹੋਈ ਸੀ ਨਾ, ਫਿਰ ਉਹਨੂੰ ਪੁੱਟ ਕੇ ਉਹਦੇ ਉੱਪਰ ਕਿਆਰੀਆਂ ਬਣਾ ਰਹੇ ਸੀ, ਜਿਵੇਂ ਆਪਾਂ ਆਪਣੇ ਸਕੂਲ 'ਚ ਬਣਾਉਂਦੇ ਹੁੰਦੇ ਹੈ ਨਾ। ਤਾਜ਼ੀ ਮਿੱਟੀ ਵਿੱਚੋਂ ਬੜੀ ਭਿੰਨੀ ਮਹਿਕ ਆ ਰਹੀ ਸੀ। ਅੱਗੇ ਗਏ ਤਾਂ ਬਾਹਰ ਦੀ ਰੁੱਤ ਹੋਣ ਕਰਕੇ ਬਹੁਤ ਫੁੱਲ ਖਿੜੇ ਹੋਏ ਸਨ। ਕਿਰਨ ਨੇ ਰਾਜੂ ਨੂੰ ਗੁਲਾਬ ਦੇ ਫੁੱਲਾਂ ਕੋਲ ਲਿਜਾ ਕੇ ਕਿਹਾ, ਦੇਖ ਕਿੰਨੀ ਸੋਹਣੀ ਖੁਸ਼ਬੂ ਆ ਰਹੀ ਹੈ। ਰਾਜੂ ਨੇ ਕਿਹਾ, ਹਾਂ ਅੱਛੀ ਹੈ, ਪਰ ਉੱਪਰ ਜੋ ਚਿੱਟੇ ਫੁੱਲ ਖਿੜੇ ਹਨ ਮੈਨੂੰ ਤਾਂ ਉਹਨਾਂ ਦੀ ਖੁਸ਼ਬੂ ਬਹੁਤ ਵਧੀਆ ਲੱਗਦੀ ਹੈ। ਹੁਣ ਆਪਾਂ ਅਗਲਾ ਪ੍ਰਸ਼ਨ ਕੀ ਹੈ ਇਸ ਪਾਠ ਵਿੱਚ? ਕੋਈ 4 ਚੀਜ਼ਾਂ ਦੀ ਸੂਚੀ ਬਣਾਓ ਜਿਨ੍ਹਾਂ ਦੀ ਖੁਸ਼ਬੂ ਤੁਹਾਨੂੰ ਚੰਗੀ ਲੱਗਦੀ ਹੈ। ਜਿਵੇਂ ਖੁਸ਼ਬੂ ਕਿਹਦੀ ਚੰਗੀ ਲੱਗਦੀ ਹੈ? ਹਾਂਜੀ, ਫੁੱਲਾਂ ਦੀ, ਵੈਰੀ ਗੁੱਡ। ਹੋਰ ਕਈਆਂ ਨੂੰ ਮਿੱਟੀ ਦੀ ਖੁਸ਼ਬੂ ਬਹੁਤ ਅੱਛੀ ਲੱਗਦੀ ਹੈ ਨਾ, ਜਦ ਬਾਰਿਸ਼ ਪੈਂਦੀ ਹੈ ਤੋਂ ਬਾਅਦ ਮਿੱਟੀ ਦੀ ਖੁਸ਼ਬੂ ਆਉਂਦੀ ਹੈ, ਉਹ ਖੁਸ਼ਬੂ ਬਹੁਤ ਅੱਛੀ ਲੱਗਦੀ ਹੈ। ਜਾਂ ਫਿਰ ਮੰਮੀ ਜਦ ਪਕੌੜੇ ਬਣਾਉਂਦੀ ਹੈ ਜਾਂ ਕਚੌਰੀਆਂ ਬਣਾਉਂਦੀ, ਉਹਦੀ ਖੁਸ਼ਬੂ ਬੜੀ ਅੱਛੀ ਆਉਂਦੀ ਹੈ ਨਾ। ਹੋਰ ਇੱਦਾਂ ਦੇ ਘਰ 'ਚ ਕਿਹੜੀ ਚੀਜ਼ਾਂ ਹੁੰਦੀਆਂ ਹੈ? ਕਈ ਸਾਬਣ ਦੀ ਖੁਸ਼ਬੂ ਬਹੁਤ ਅੱਛੀ ਹੁੰਦੀ ਹੈ ਨਾ। ਨਹਾਉਣ ਵਾਲੇ ਸਾਬਣ ਦੀ ਖੁਸ਼ਬੂ ਕਿੰਨੀ ਅੱਛੀ ਹੁੰਦੀ ਨੇ ਕਈਆਂ ਦੀ। ਜਦ ਉਹ ਫੁੱਲਾਂ ਨੂੰ ਸੁੰਘਣ ਵਿੱਚ ਮਗਨ ਸਨ ਤਾਂ ਰਾਜੂ ਨੇ
ਰਾਜੂ ਦੇ ਇੱਕ ਦੋਸਤ ਨੇ ਪਿੱਛੋਂ ਆ ਕੇ ਉਸਦੀਆਂ ਅੱਖਾਂ ਬੰਦ ਕਰ ਦਿੱਤੀਆਂ। ਰਾਜੂ ਨੇ ਉਸਦੇ ਹੱਥਾਂ ਨੂੰ ਟੋਇਆ ਤੇ ਤੁਰੰਤ ਬੋਲ ਉੱਠਿਆ, ਅਰਸ਼ਦੀਪ। ਅਰਸ਼ ਨੇ ਅੱਖਾਂ ਤੋਂ ਹੱਥ ਚੁੱਕ ਲਏ ਤੇ ਕਹਿਣ ਲੱਗਾ, ਵਾਹ ਬਈ ਵਾਹ, ਮੈਨੂੰ ਲੱਗਦਾ ਸੀ ਕਿ ਤੈਨੂੰ ਪਤਾ ਹੀ ਨਹੀਂ ਲੱਗਣਾ ਤੇ ਮੈਂ ਤੈਨੂੰ ਖੂਬ ਖਿਜਾਵਾਂਗਾ। ਰਾਜੂ ਨੇ ਅੱਗੇ ਕਿਹਾ, ਯਾਰ ਤੇਰੇ ਹੱਥ ਬੜੇ ਸਖਤ ਅਤੇ ਉਂਗਲਾਂ ਮੋਟੀਆਂ ਹਨ, ਸੋ ਮੈਨੂੰ ਛੂਹਣ ਸਾਰ ਹੀ ਪਤਾ ਚੱਲ ਗਿਆ ਕਿ ਇਹ ਅਰਸ਼ ਦੇ ਹੀ ਹੱਥ ਹੋ ਸਕਦੇ ਨੇ। ਹੁਣ ਦੇਖੋ, ਜਿਵੇਂ ਆਪਾਂ ਕਰਦੇ ਹੁੰਦੇ ਆ ਨਾ, ਅੱਖਾਂ ਬੰਦ ਕਰਕੇ ਇੱਕ ਦੂਜੇ ਦੇ ਪਿੱਛੋਂ ਆ ਕੇ ਅੱਖਾਂ ਬੰਦ ਕਰਕੇ ਪਛਾਣਨ ਦੀ ਕੋਸ਼ਿਸ਼ ਕਰਦੇ ਨੇ, ਤਾਂ ਤੁਸੀਂ ਆਪਣੇ ਵੱਡੇ ਭੈਣ ਭਾਈ ਦੇ ਨਾਲ ਵੀ ਇਹ ਕੰਮ ਕਰਕੇ ਦੇਖਿਓ, ਹੈ ਨਾ। ਜਦ ਆਪਣੇ ਸਕੂਲ ਲੱਗਿਆ ਫਿਰ ਆਪਾਂ ਸਕੂਲ 'ਚ ਵੀ ਕਰਾਂਗੇ ਇਹ ਕੰਮ, ਠੀਕ ਹੈ। ਆਖਰੀ ਆ ਦੇਖੋ, ਇੱਕ ਬੱਚਾ ਜਮਾਤ ਵਿੱਚ ਵੱਲ ਪਿੱਠ ਕਰਕੇ ਬੈਠੇਗਾ। ਸ਼੍ਰੇਣੀ ਵਿੱਚੋਂ ਹਰ ਇੱਕ ਬੱਚਾ ਉਸਨੂੰ ਪਿੱਛੇ ਉਸਦੀਆਂ ਅੱਖਾਂ ਬੰਦ ਕਰੇਗਾ। ਪਹਿਲਾ ਬੱਚਾ ਉਸਦੀਆਂ ਅੱਖਾਂ ਹੱਥਾਂ ਬਾਹਾਂ ਕੱਪੜੇ ਆਦਿ ਨੂੰ ਛੂਹ ਕੇ ਪਛਾਣਨ ਦੀ ਕੋਸ਼ਿਸ਼ ਕਰੇਗਾ। ਇਹ ਕਿਰਿਆ ਵਾਰੀ-ਵਾਰੀ ਆਪਣੇ ਬੱਚਿਆਂ ਨਾਲ ਦੁਹਰਾਈ ਜਾ ਸਕਦੀ ਹੈ ਨਾ। ਹੁਣ ਇਸ ਕਿਰਿਆ ਨੂੰ ਤੁਸੀਂ ਆਪਣੇ ਘਰ ਆਪਣੀ ਮੰਮੀ ਪਾਪਾ ਜਾਂ ਦਾਦਾ ਦਾਦੀ ਜਾਂ ਵੱਡੇ ਭੈਣ ਭਾਈ ਨਾਲ ਵੀ ਤੁਸੀਂ ਕਰ ਸਕਦੇ ਹੋ, ਠੀਕ ਹੈ। ਅਰਸ਼ ਅੱਜ ਆਪਣੇ ਕੁੱਤੇ ਨੂੰ ਵੀ ਨਾਲ ਲੈ ਕੇ ਆਇਆ ਸੀ। ਉਸ ਤੋਂ ਡਰ ਕੇ ਰਾਜੂ ਪਾਸੇ ਹੋ ਰਿਹਾ ਸੀ। ਅਰਸ਼ ਕਹਿਣ ਲੱਗਾ, ਤੂੰ ਇਸ ਤੋਂ ਡਰ ਨਾ, ਇਹ ਤੈਨੂੰ ਕੁਝ ਨਹੀਂ ਕਹਿੰਦਾ। ਮੈਂ ਇਸ ਨੂੰ ਸਾਬਣ ਨਾਲ ਨਹਾ ਕੇ ਲਿਆਇਆ ਹਾਂ। ਦੇਖ ਇਸ ਦੀ ਜੱਤ ਵੀ ਕਿੰਨੀ ਮੁਲਾਇਮ ਹੈ। ਅਰਸ਼ ਦੇ ਕਹਿਣ 'ਤੇ ਰਾਜੂ ਉਸਦੀ ਪਿੱਠ ਉੱਤੇ ਹੱਥ ਫੇਰਨ ਲੱਗਾ। ਉਸਦੀ ਜੱਤ ਸੱਚਮੁੱਚ ਹੀ ਬੜੀ ਮੁਲਾਇਮ ਸੀ ਅਤੇ ਰਾਜੂ ਨੂੰ ਉਸ ਦੇ ਹੱਥ ਲਾਉਣਾ ਚੰਗਾ ਲੱਗਿਆ। ਜੱਤ ਕੀ ਹੁੰਦੀ ਹੈ ਬੇਟਾ? ਜਿਹੜੇ ਕੁੱਤਿਆਂ ਦੇ ਉੱਤੇ ਵਾਲ ਹੁੰਦੇ ਨੇ ਨਾ, ਬਹੁਤ ਸਾਰੇ ਵਾਲ ਹੁੰਦੇ ਨੇ ਨਾ ਕੁੱਤਿਆਂ ਦੇ ਉੱਤੇ, ਉਸਨੂੰ ਜੱਤ ਕਹਿੰਦੇ ਆਪਾਂ, ਠੀਕ ਹੈ। ਅਤੇ ਜਦੋਂ ਉਹਨੂੰ ਹੱਥ ਲਾਇਆ ਤਾਂ ਉਹਦੇ ਮੁਲਾਇਮ ਹੋਣ ਕਰਕੇ ਰਾਜੂ ਨੂੰ ਬੜਾ ਅੱਛਾ ਲੱਗਿਆ। ਰਾਜੂ ਦੇ ਹੱਥ ਫੇਰਦੇ ਰਹਿਣ ਨਾਲ ਕੁੱਤਾ ਉਸ ਵੱਲ ਦੇਖ ਕੇ ਪੂੰਛ ਹਿਲਾਉਣ ਲੱਗਾ। ਮਤਲਬ ਕੁੱਤੇ ਨੂੰ ਵੀ ਅੱਛਾ ਲੱਗਣ ਲੱਗਾ, ਹੈ ਨਾ। ਕੁੱਤਾ ਪੂੰਛ ਹਿਲਾ, ਜਦ ਉਹਨੂੰ ਕੋਈ ਚੀਜ਼ ਅੱਛੀ ਲੱਗੇ ਤਾਂ ਕੁੱਤਾ ਪੂੰਛ ਹਿਲਾ ਦਿੰਦਾ, ਹੈ ਨਾ। ਅਰਸ਼ ਨੇ ਕਿਹਾ, ਦੇਖਿਆ, ਤੂੰ ਐਵੇਂ ਹੀ ਡਰ ਰਿਹਾ ਸੀ, ਇਹ ਤੈਨੂੰ ਕਿੰਨੇ ਪਿਆਰ ਨਾਲ ਦੇਖ ਰਿਹਾ ਹੈ। ਰਾਜੂ ਨੂੰ ਯਾਦ ਆਇਆ ਕਿ ਆਪਣੇ ਘਰ ਜਦ ਉਹ ਵੱਛੀ ਨੂੰ ਪਿਆਰ ਨਾਲ ਛੂੰਹਦਾ ਸੀ ਤਾਂ ਉਹ ਵੀ ਉਸਦਾ ਹੱਥ ਚੱਟਣ ਲੱਗ ਜਾਂਦੀ ਸੀ, ਹੈ ਨਾ। ਹੁਣ ਜਦ ਆਪਾਂ ਕਿਸੇ ਚੀਜ਼ ਨੂੰ, ਜਾਨਵਰ ਨੂੰ, ਕਿਸੇ ਨੂੰ ਪਿਆਰ ਕਰਦੇ ਹਾਂ, ਹੈ ਨਾ, ਜਿਵੇਂ ਕੁੱਤਾ ਤਾਂ ਪੂੰਛ ਹਿਲਾਉਣ ਲੱਗ ਜਾਂਦਾ। ਜਦ ਆਪਣੇ ਘਰ ਜਿਹੜੇ ਕੱਟੀਆਂ ਨੇ, ਕੱਟੇ ਨੇ, ਹੈ ਨਾ, ਵੱਛੀਆਂ ਹੁੰਦੀਆਂ ਨੇ, ਜਦ ਆਪਾਂ ਨੂੰ ਹੱਥ ਲਾਈਏ ਤਾਂ ਉਹ ਵੀ ਸਾਡੀ ਹੱਥ ਚੱਟਦੇ ਨੇ, ਮਤਲਬ ਉਹਨਾਂ ਨੂੰ ਵੀ ਅੱਛਾ ਲੱਗਦਾ, ਹੈ ਨਾ। ਉਸਨੂੰ ਸਮਝ ਆ ਗਈ ਸੀ ਕਿ ਮਨੁੱਖਾਂ ਵਾਂਗ ਜਾਨਵਰਾਂ ਦੀ ਭਾਵਨਾਵਾਂ ਅਤੇ ਛੋਹ ਮਹਿਸੂਸ ਕਰਦੇ ਹਨ। ਇੰਨੇ ਵਿੱਚ ਪਾਰਕ ਦਾ ਮਾਲੀ ਉਹਨਾਂ ਕੋਲ ਆ ਗਿਆ ਅਤੇ ਉਸ ਨੇ ਅਰਸ਼ ਨੂੰ ਕਿਹਾ ਕਿ ਪਾਰਕ ਵਿੱਚ ਕੁੱਤਾ ਲੈ ਕੇ ਆਉਣ ਦੀ ਮਨਾਹੀ ਹੈ, ਤੁਸੀਂ ਇਸ ਨੂੰ ਬਾਹਰ ਲੈ ਜਾਓ। ਅਰਸ਼ ਨੂੰ ਉਸ ਵੇਲੇ ਉਸਦੀ ਗੱਲ ਬੁਰੀ ਤਾਂ ਲੱਗੀ, ਪਰ ਬਾਅਦ ਵਿੱਚ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਕਿਰਨ ਦਾ ਖਿਆਲ ਭੁੱਲ ਕੇ ਰਾਜੂ ਅਤੇ ਅਰਸ਼ ਆਪਸ ਵਿੱਚ ਗੱਲਾਂ ਕਰਦੇ ਕਰਦੇ ਕੁਝ ਦੂਰ ਨਿਕਲ ਗਏ ਤਾਂ ਕਿਰਨ ਉਹਨਾਂ ਫੁੱਲਾਂ ਕੋਲ ਹੀ ਬਣੇ ਬੈਂਚ ਉੱਤੇ ਬੈਠ ਗਈ। ਉਸ ਬੈਂਚ 'ਤੇ ਇੱਕ ਹੋਰ ਆਦਮੀ ਵੀ ਬੈਠਾ ਸੀ। ਉਹ ਕਿਰਨ ਦੇ ਨੇੜੇ ਆ ਗਿਆ ਅਤੇ ਕਿਰਨ ਨੂੰ ਗੱਲਾਂ ਵਿੱਚ ਲਾਉਣ ਲੱਗਾ। ਉਹ ਉਸਨੂੰ ਪੁੱਛਣ ਲੱਗਾ ਕਿ ਉਹ ਕਿਹੜੀ ਜਮਾਤ ਵਿੱਚ ਪੜ੍ਹਦੀ ਹੈ, ਉਸਦਾ ਘਰ ਕਿੱਥੇ ਹੈ। ਉਸਨੇ ਕਿਰਨ ਨੂੰ ਇੱਕ ਟੌਫੀ ਵੀ ਦਿੱਤੀ। ਗੱਲਾਂ ਕਰਦੇ ਕਰਦੇ ਉਹ ਕਿਰਨ ਦੀ ਪਿੱਠ 'ਤੇ ਹੱਥ ਫੇਰਨ ਲੱਗਾ। ਕਿਰਨ ਨੂੰ ਉਸਦਾ ਇਸ ਤਰ੍ਹਾਂ ਛੂਹਣਾ ਬਹੁਤ ਪਰੇਸ਼ਾਨ ਕਰਨ ਲੱਗਾ। ਉਹ ਉੱਥੋਂ ਦੌੜ ਕੇ ਰਾਜੂ ਹੋਰਾਂ ਪਾਸ ਚਲੀ ਗਈ ਅਤੇ ਉਸਨੂੰ ਦੱਸਣ ਲੱਗੀ ਕਿ ਬੈਂਚ ਉੱਤੇ ਕੋਈ ਬੁਰਾ ਆਦਮੀ ਬੈਠਾ ਹੈ। ਰਾਜੂ ਅਤੇ ਅਰਸ਼ ਬੈਂਚ ਵੱਲ ਗਏ ਤਾਂ ਉਹ ਆਦਮੀ ਉੱਥੋਂ ਜਾ ਚੁੱਕਾ ਸੀ। ਹੁਣ ਦੇਖੋ ਬੱਚਿਓ, ਜਦ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਛੂਹੇ ਜਾਂ ਗੱਲਬਾਤ ਕਰੇ ਤਾਂ ਜੋ ਤੁਹਾਨੂੰ ਠੀਕ ਨਾ ਲੱਗੇ ਅਤੇ ਪਰੇਸ਼ਾਨ ਕਰੇ ਤਾਂ ਉਸ ਵਿਅਕਤੀ ਤੋਂ ਦੂਰ ਹੋ ਜਾਓ, ਠੀਕ ਹੈ। ਅਤੇ ਇਸ ਬਾਰੇ ਤੁਰੰਤ ਆਪਣੇ ਵੱਡਿਆਂ ਨੂੰ ਵੀ ਦੱਸੋ, ਠੀਕ ਹੈ। ਕੋਈ ਵੀ ਤੁਹਾਨੂੰ ਲੱਗੇ ਕਿ ਇਹ ਮੈਨੂੰ ਅੱਛਾ ਨਹੀਂ ਲੱਗ ਰਿਹਾ, ਗੁੱਡ ਟੱਚ ਨਹੀਂ ਹੈਗਾ, ਤੁਹਾਨੂੰ ਗੁੱਡ ਟੱਚ ਬੈਡ ਟੱਚ ਦੱਸਿਆ ਹੋਇਆ ਨਾ, ਜੇ ਤੁਹਾਨੂੰ ਕਿਸੇ ਦਾ ਵੀ ਟੱਚ ਗੁੱਡ ਨਹੀਂ ਲੱਗਦਾ ਹੈ ਨਾ, ਬੈਡ ਟੱਚ ਫੀਲ ਹੁੰਦਾ ਹੈ, ਤਾਂ ਫਿਰ ਤੁਸੀਂ ਆਪਣੇ ਵੱਡਿਆਂ ਨੂੰ ਵੀ ਦੱਸਣਾ ਅਤੇ ਉਸ ਵਿਅਕਤੀ ਤੋਂ ਫਟਾਫਟ ਦੂਰ ਚਲੇ ਜਾਣਾ ਹੈ, ਠੀਕ ਹੈ। ਫਿਰ ਉਹਨਾਂ ਨੇ ਪਾਰਕ ਦੀ ਇੱਕ ਨੁੱਕਰ ਵਿੱਚ ਪਏ ਵਾਟਰ ਕੂਲਰ ਤੋਂ ਠੰਡਾ ਪਾਣੀ ਪੀਤਾ।
ਦਿਨ ਛਿਪ ਰਿਹਾ ਸੀ। ਉਹ ਘਰ ਮੁੜਨ ਲੱਗੇ। ਪਾਰਕ ਦੇ ਕੋਨੇ ਵਿੱਚ ਕੂੜੇ ਦਾ ਵੱਡਾ ਢੇਰ ਪਿਆ ਸੀ। ਇਸ ਵਿੱਚੋਂ ਬੜੀ ਬਦਬੂ ਆ ਰਹੀ ਸੀ। ਕਿਰਨ ਨੇ ਨੱਕ ਬੰਦ ਕਰ ਲਿਆ। ਰਾਜੂ ਕਹਿਣ ਲੱਗਾ, ਹੁਣੇ ਕਿੰਨੀ ਸੋਹਣੀ ਮਹਿਕ ਲੈਂਦੇ ਆਏ ਹਾਂ ਅਤੇ ਇੱਥੇ ਕਿੰਨੀ ਬਦਬੂ ਆ ਰਹੀ ਹੈ। ਇਹ ਕੂੜਾ ਹਰ ਰੋਜ਼ ਇੱਥੋਂ ਚੁੱਕਿਆ ਜਾਵੇ ਤਾਂ ਬਦਬੂ ਨਾ ਆਵੇ। ਜਦੋਂ ਇਹ ਕਈ ਦਿਨ ਇੱਥੇ ਪਿਆ ਰਹਿੰਦਾ ਹੈ ਤਾਂ ਇਹ ਗਲ ਸੜ ਕੇ ਮੁਸ਼ਕ ਮਾਰਨ ਲੱਗ ਪੈਂਦਾ ਹੈ। ਅਰਸ਼ ਨੇ ਕਿਹਾ, ਸਾਨੂੰ ਘੱਟ ਤੋਂ ਘੱਟ ਕੂੜਾ ਪੈਦਾ ਕਰਨਾ ਚਾਹੀਦਾ ਹੈ ਅਤੇ ਇਸ ਦੀ ਵੱਧ ਪੈਦਾਇਸ਼ ਲਈ ਜ਼ਿੰਮੇਵਾਰ ਵਸਤੂਆਂ ਜਿਵੇਂ ਪੋਲੀਥੀਨ ਦੇ ਲਿਫਾਫੇ ਆਦਿ ਦੀ ਵਰਤੋਂ ਘਟਾਉਣੀ ਚਾਹੀਦੀ ਹੈ। ਦੇਖੋ ਕਿੰਨਾ ਗੰਦਾ ਕੂੜਾ ਪਿਆ ਨਾ ਪਾਰਕ ਵਿੱਚ। ਕਿਰਨ ਅਤੇ ਰਾਜੂ ਜਦ ਘਰ ਪੁੱਜੇ ਤਾਂ ਰਸੋਈ 'ਚੋਂ ਬੜੀ ਮਹਿਕ ਆ ਰਹੀ ਸੀ। ਉਹ ਦੋਵੇਂ ਸਿੱਧੇ ਰਸੋਈ ਵਿੱਚ ਚਲੇ ਗਏ। ਕਿਰਨ ਕਹਿੰਦੀ, ਮੰਮੀ ਜੀ ਕੀ ਬਣ ਰਿਹਾ ਹੈ? ਬੜੀ ਮਹਿਕ ਆ ਰਹੀ ਹੈ। ਮੰਮੀ ਕਹਿੰਦੀ, ਤੁਸੀਂ ਪੁੱਛੋ। ਰਾਜੂ, ਮਹਿਕ ਤੋਂ ਤਾਂ ਜਾਪਦਾ ਹੈ ਕਿ ਹਲਵਾ ਬਣ ਰਿਹਾ ਹੈ। ਮੰਮੀ, ਬਿਲਕੁਲ ਠੀਕ। ਇਹ ਕੀ ਚੀਜ਼ ਹੈ ਜਿਸ ਵਿੱਚੋਂ ਬੜੀ ਮਹਿਕ ਆ ਰਹੀ ਹੈ? ਪੁਦੀਨੇ ਦੀ ਗੁੱਟੀ ਚੁੱਕ ਕੇ ਕਿਰਨ ਪੁੱਛਦੀ ਹੈ। ਮੰਮੀ ਕਹਿੰਦੀ, ਇਹ ਪੁਦੀਨਾ ਹੈ, ਆਪਾਂ ਇਸ ਦੀ ਚਟਣੀ ਬਣਾਵਾਂਗੇ। ਫਿਰ ਰਾਜੂ ਕਹਿੰਦਾ, ਮੰਮੀ ਖਾਣੇ ਦੀ ਮਹਿਕ ਨੇ ਤਾਂ ਭੁੱਖ ਹੋਰ ਵਧਾ ਦਿੱਤੀ ਹੈ, ਹੁਣ ਤੁਸੀਂ ਸਾਨੂੰ ਜਲਦੀ ਖਾਣਾ ਦਿਓ। ਮੰਮੀ ਕਹਿੰਦੀ, ਚਲੋ ਤੁਸੀਂ ਹੱਥ ਧੋਵੋ, ਮੈਂ ਹੁਣੇ ਖਾਣਾ ਲਗਾ ਦਿੰਦੀ ਹਾਂ। ਫਿਰ ਸਾਰਾ ਪਰਿਵਾਰ ਮਿਲ ਕੇ ਖਾਣੇ ਨਾਲ ਗਰਮਾ ਗਰਮ ਹਲਵਾ ਖਾਧਾ। ਠੀਕ ਹੈ, ਸਭ ਨੇ ਹੱਥ ਧੋ ਕੇ ਪਹਿਲਾਂ ਖਾਣਾ ਖਾਇਆ, ਫਿਰ ਖਾਣੇ ਦੇ ਨਾਲ ਹਲਵਾ ਵੀ ਖਾਇਆ। ਹੁਣ ਇਸ ਪਾਠ 'ਚ ਆਪਣੀ ਯਾਦ ਰੱਖਣ ਜੋ ਗੱਲਾਂ ਕੀ ਨੇ ਬੇਟਾ? ਸਾਨੂੰ ਅਜਿਹੀਆਂ ਸ਼ਰਾਰਤਾਂ ਨਹੀਂ ਕਰਨੀ ਚਾਹੀਦੀਆਂ ਜਿਸ ਨਾਲ ਨੁਕਸਾਨ ਹੋ ਰਿਹਾ ਹੋਵੇ। ਠੀਕ ਹੈ। ਦੂਜੀ ਗੱਲ, ਅਸੀਂ ਦੇਖ ਕੇ ਹੀ ਨਹੀਂ ਸਗੋਂ ਸੁੰਘ ਕੇ, ਛੂਹ ਕੇ ਜਾਂ ਆਵਾਜ਼ ਸੁਣ ਕੇ ਵਸਤੂਆਂ ਨੂੰ ਪਹਿਚਾਣ ਸਕਦੇ ਹਾਂ। ਜਿਵੇਂ ਅਰਸ਼ ਨੂੰ ਛੂਹ ਕੇ ਪਹਿਚਾਣ ਲਿਆ ਸੀ ਨਾ, ਜਾਂ ਹਲਵੇ ਦੀ ਖੁਸ਼ਬੂ ਸੁੰਘ ਕੇ ਪਤਾ ਲੱਗ ਗਿਆ ਸੀ ਕਿ ਹਾਂ ਅੱਜ ਮੰਮੀ ਨੇ ਹਲਵਾ ਬਣਾਇਆ। ਬਹੁਤ ਸਾਰੇ ਫੁੱਲ ਬਹਾਰ ਰੁੱਤ ਵਿੱਚ ਹੀ ਖਿੜਦੇ ਹਨ। ਮਨੁੱਖਾਂ ਵਾਂਗ ਜਾਨਵਰ ਵੀ ਭਾਵਨਾਵਾਂ ਅਤੇ ਛੋਹ ਮਹਿਸੂਸ ਕਰਦੇ ਹਨ। ਜਿਵੇਂ ਅਰਸ਼ ਦਾ ਕੁੱਤਾ ਹੈ ਨਾ, ਛੋਹ ਮਹਿਸੂਸ ਕਰਕੇ ਉਹਨੂੰ ਅੱਛਾ ਲੱਗਿਆ ਸੀ ਨਾ। ਕਿਸੇ ਵੀ ਜਾਣ ਪਹਿਚਾਣ ਵਾਲੇ ਜਾਂ ਅਣਜਾਣ ਵਿਅਕਤੀ ਦਾ ਵਿਵਹਾਰ ਚੰਗਾ ਨਾ ਲੱਗੇ ਤਾਂ ਵੱਡਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ। ਠੀਕ ਹੈ, ਜੇ ਕੋਈ ਸਾਨੂੰ ਬੈਡ ਟੱਚ ਦਿੰਦਾ ਹੈ ਤਾਂ ਫਿਰ ਤੁਹਾਨੂੰ ਵੱਡਿਆਂ ਨੂੰ, ਆਪਣਿਆਂ ਨੂੰ, ਮੰਮੀ ਪਾਪਾ ਨੂੰ ਜਾਂ ਦਾਦਾ ਦਾਦੀ ਨੂੰ ਜ਼ਰੂਰ ਦੱਸਣਾ ਚਾਹੀਦਾ, ਜਾਂ ਵੱਡੇ ਭੈਣ ਭਰਾ ਨੂੰ। ਸਾਨੂੰ ਘੱਟ ਤੋਂ ਘੱਟ ਕੂੜਾ ਪੈਦਾ ਕਰਨਾ ਚਾਹੀਦਾ, ਮਤਲਬ ਕਿ ਜਿਵੇਂ ਪੋਲੀਥੀਨ ਦੇ ਲਿਫਾਫੇ ਵਗੈਰਾ ਦੀ ਆਪਾਂ ਨੂੰ ਵਰਤੋਂ ਨਾ ਹੀ ਕਰਨੀ ਚਾਹੀਦੀ ਹੈ ਨਾ। ਘੱਟ ਤੋਂ ਘੱਟ, ਮਤਲਬ ਗੰਦਗੀ ਜਾਂ ਕੂੜਾ ਆਪਾਂ ਨੂੰ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਜੀਭ ਨਾਲ ਹੀ ਅਸੀਂ ਵੱਖ-ਵੱਖ ਤਰ੍ਹਾਂ ਦੇ ਸਵਾਦ ਮਹਿਸੂਸ ਕਰਦੇ ਹਾਂ। ਠੀਕ ਹੈ, ਆਪਣੀ ਜੀਭ ਦੇ ਨਾਲ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਸਵਾਦ ਮਹਿਸੂਸ ਕਰਦੇ ਹੁੰਦੇ ਹਾਂ। ਠੀਕ ਹੈ। ਹੁਣ ਬੇਟਾ ਕੋਈ 2 ਬਦਬੂਦਾਰ ਵਸਤੂਆਂ ਦੇ ਨਾਂ ਦੱਸਣੇ ਨੇ। ਠੀਕ ਹੈ, ਜਿਵੇਂ ਬਦਬੂਦਾਰ ਵਸਤੂਆਂ ਕਿਹੜੀਆਂ ਹੁੰਦੀਆਂ ਨੇ? ਕੂੜਾ ਹੈ ਨਾ, ਜਾਂ ਫਿਰ ਹੋਰ ਬਦਬੂਦਾਰ ਕੀ ਹੁੰਦਾ ਹੈ ਕੂੜੇ ਤੋਂ ਇਲਾਵਾ, ਜਿਸ ਚੀਜ਼ ਤੋਂ ਗੰਦੀ ਬਦਬੂ ਆ ਰਹੀ ਹੋਵੇ? ਹਾਂਜੀ ਦੱਸੋ। ਇੱਕ ਤਾਂ ਹੋ ਗਿਆ ਕੂੜਾ, ਵੈਰੀ ਗੁੱਡ। ਦੂਜੀ ਚੀਜ਼ ਕੀ ਹੋ ਸਕਦੀ ਹੈ? ਜਦ ਆਪਾਂ ਰੇਹ ਲਈ ਰੂੜੀ ਵਿੱਚੋਂ ਵੀ ਬਹੁਤ ਗੰਦੀ ਬਦਬੂ ਆਉਂਦੀ ਹੈ ਨਾ। ਹਾਂਜੀ। ਅੱਗੇ, ਕੋਈ 3 ਫੁੱਲਾਂ ਦੇ ਨਾਂ ਲਿਖੋ ਜਿਨ੍ਹਾਂ ਵਿੱਚੋਂ ਖੁਸ਼ਬੂ ਆਉਂਦੀ ਹੈ। ਖੁਸ਼ਬੂ ਕਿਹੜੇ ਕਿਹੜੇ ਫੁੱਲਾਂ 'ਚੋਂ ਆਉਂਦੀ ਹੈ ਬੇਟਾ? ਗੁਲਾਬ ਵਿੱਚੋਂ। ਹਾਂਜੀ, ਹੋਰ? ਚਮੇਲੀ ਦੇ ਫੁੱਲ ਵਿੱਚੋਂ। ਹੋਰ? ਵੈਰੀ ਗੁੱਡ, ਰਾਤ ਖਿੜੀ ਵਿੱਚੋਂ, ਹੈ ਨਾ। ਕਈ ਫੁੱਲਾਂ 'ਚੋਂ ਬਹੁਤ ਤਰ੍ਹਾਂ ਦੀਆਂ ਖੁਸ਼ਬੂਆਂ ਆਉਂਦੀਆਂ ਹੁੰਦੀਆਂ, ਹੈ ਨਾ। ਹੁਣ ਆਹ ਦੇਖੋ, ਇਹ ਹੇਠਾਂ ਤਸਵੀਰਾਂ ਕਿਸ ਕਿਸ ਚੀਜ਼ ਦੀਆਂ ਨੇ? ਇਹ ਹੈਗੀ ਹੈ ਅੱਖ, ਨੱਕ, ਕੰਨ। ਅੱਖਾਂ ਨਾਲ ਕੀ ਕਰਦੇ ਆਪਾਂ? ਵੇਖਦੇ ਹਾਂ। ਨੱਕ ਨਾਲ ਸੁੰਘਦੇ ਹਾਂ। ਕੰਨਾਂ ਨਾਲ ਸੁਣਦੇ ਹਾਂ, ਹੈ ਨਾ। ਇਹ ਆ ਗਈ ਸਾਡੀ ਜੀਭ। ਜੀਭ ਨਾਲ ਆਪਾਂ ਨੂੰ ਕਿਸੇ ਚੀਜ਼ ਦੇ ਸਵਾਦ ਦਾ ਪਤਾ ਲੱਗਦਾ ਹੈ। ਅਤੇ ਚਮੜੀ ਨਾਲ ਆਪਾਂ ਕਿਸੇ ਸਰਦੀ, ਗਰਮੀ ਜਾਂ ਛੋਹ ਨੂੰ ਮਹਿਸੂਸ ਕਰਦੇ ਹਾਂ। ਠੀਕ ਹੈ ਬੇਟਾ, ਇਹ ਸੀ ਆਪਣਾ ਪਾਠ ਨੰਬਰ 2। ਠੀਕ ਹੈ, ਹੁਣ ਇਸ ਦੇ ਪ੍ਰਸ਼ਨ ਉੱਤਰ ਅਤੇ ਅਭਿਆਸ ਆਪਾਂ ਆਪਣੀ ਕਾਪੀ 'ਤੇ ਕਰਾਂਗੇ। ਠੀਕ ਹੈ ਬੇਟਾ।